ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਚੱਲ ਰਹੀ ਮੀਟਿੰਗ ਵਿਗਿਆਨ ਭਵਨ ਦੇ ਵਿੱਚ ਹੋ ਰਹੀ ਹੈ, ਜਿਸ ਦੇ ਮੀਟਿੰਗ ਹਾਲ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਨ੍ਹਾਂ ਨੂੰ ਕਿਸਾਨ ਏਕਤਾ ਮੋਰਚਾ ਨੇ ਆਪਣੀ ਅਫੀਸ਼ੀਅਲ ਪੇਜ ਤੇ ਜਾਰੀ ਕੀਤਾ ਹੈ। ਇਸ ਵੀਡੀਓ 'ਚ ਕਿਸਾਨ ਆਗੂ ਨੇ ਕੇਂਦਰ ਸਰਕਾਰ ਦੇ ਖਿਲਾਫ ਰੱਜ ਕੇ ਭੜਾਸ ਕੱਢੀ ਹੈ ਅਤੇ ਕੇਂਦਰ ਦੇ ਅੜੀਅਲ ਰਵੱਈਏ ਤੇ ਗੁੱਸਾ ਜ਼ਾਹਿਰ ਕੀਤਾ ਹੈ। ਹੁਣ ਤੱਕ ਦੀ ਵਿਗਿਆਨ ਭਵਨ ਦੇ ਅੰਦਰੋਂ ਅਸੀਂ ਲਾਈਵ ਹੋਏ ਹਾਂ। ਮੇਰੇ ਨਾਲ ਕਿਰਪਾ ਸਿੰਘ ਜੀ ਨੇ, ਗੁਰਮੀਤ ਮਹਿਮਾ ਜੀ ਨੇ, ਰਣਜੀਤ ਸਿੰਘ ਜੀ ਨੇ ਹੁਸ਼ਿਆਰਪੁਰ ਤੋਂ, ਆਜ਼ਾਦ ਕਿਸਾਨ ਕਮੇਟੀ ਤੋਂ। ਮੈਂ ਤੁਹਾਡੇ ਸਾਰਿਆਂ ਦੇ ਨਾਲ ਇਹ ਗੱਲ ਸ਼ੇਅਰ ਕਰਨੀ ਚਾਹੁੰਦਾ ਕਿ ਖੇਤੀ ਮੰਤਰੀ ਨਰਿੰਦਰ ਤੋਮਰ ਨੇ ਸਾਫ਼ ਤਰੀਕੇ ਨਾਲ ਨਾ ਕਰ ਦਿੱਤੀ ਹੈ ਕਿ ਅਸੀਂ ਇਹ ਕਾਨੂੰਨ ਰੱਦ ਨਹੀਂ ਕਰਾਂਗੇ। ਉਹਨਾਂ ਨੇ ਬਾਰ-ਬਾਰ ਇਸ ਚੀਜ਼ ਦਾ ਜ਼ੋਰ ਪਾਇਆ ਕਿ ਤੁਸੀਂ ਸੰਸ਼ੋਧਨ ਦੇ ਉੱਪਰ ਗੱਲ ਕਰੋ ਜਾਂ ਹੋਰ ਮੁੱਦੇ ਦੇ ਉੱਪਰ ਗੱਲ ਕਰੋ, ਕਿਵੇਂ ਇਹਦਾ ਹੱਲ ਕੱਢਿਆ ਜਾਵੇ, ਬਟ ਅਸੀਂ ਜਿਹੜੇ ਕਾਨੂੰਨ ਨੇ ਉਹ ਰੱਦ ਨਹੀਂ ਕਰਾਂਗੇ। ਇਹ ਵੀ ਖਬਰ ਆ ਰਹੀ ਹੈ, ਅਜੇ ਕਲੀਅਰ ਨਹੀਂ ਕਰ ਪਾਵਾਂਗਾ। 10 ਤੋਂ 15 ਮਿੰਟ ਦੇ ਵਿੱਚ ਤੁਹਾਡੇ ਨਾਲ ਦੁਬਾਰਾ ਲਾਈਵ ਹੋਵਾਂਗੇ, ਜੋ ਅੰਦਰ ਚੱਲ ਰਿਹਾ ਤੁਹਾਨੂੰ ਦੱਸਾਂਗੇ। ਸਾਡੀਆਂ ਕਿਸਾਨ ਜਥੇਬੰਦੀਆਂ ਅੰਦਰੋਂ ਵਾਕਆਊਟ ਵੀ ਕਰ ਸਕਦੀਆਂ ਨੇ। ਜੋ ਮਾਹੌਲ ਅੰਦਰ ਬਣਿਆ ਹੋਇਆ ਹੈ ਇਸ ਵੇਲੇ, ਉਹ ਮੀਟਿੰਗ ਦੇ ਵਿੱਚੋਂ ਕਿਸੇ ਵੀ ਟਾਈਮ ਬਾਹਰ ਆ ਸਕਦੇ ਨੇ, ਕਿਉਂਕਿ 4 ਤਰੀਕ ਦੀ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਸੀ ਕਿ ਹਾਂ ਨਾ ਦੇ ਵਿੱਚ ਜਵਾਬ ਦਿਓ, ਤੁਸੀਂ ਕਾਨੂੰਨ ਰੱਦ ਕਰੋਗੇ ਜਾਂ ਨਹੀਂ ਕਰੋਗੇ। ਸੋ ਹੁਣ ਤੱਕ ਇਹ ਗੱਲ ਹੈ, ਨਰਿੰਦਰ ਤੋਮਰ ਨੇ ਸਾਫ਼ ਕਰ ਦਿੱਤਾ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਾਂਗੇ। ਇਹਦੇ ਉੱਪਰ ਮੇਰੇ ਨਾਲ ਕਿਰਪਾ ਸਿੰਘ ਜੀ ਨੇ, ਉਹਨਾਂ ਦੇ ਕੋਲੋਂ ਸੁਝਾਅ, ਉਹਨਾਂ ਦੇ ਜੋ ਪ੍ਰਤੀਕਰਮ ਉਹ ਲਿਆ ਜਾਵੇਗਾ। ਕਿਰਪਾ ਸਿੰਘ ਜੀ, ਤੁਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨੂੰ ਦੇਖਦੇ ਹੋ, ਇਸ ਵਤੀਰੇ ਨੂੰ? ਹਾਂਜੀ ਬਲਜੀਤ ਜੀ, ਇਹ ਗੱਲ ਬੜਾ ਗਲਤ ਰਵੱਈਆ ਸਰਕਾਰ ਦਾ, ਕਿਉਂਕਿ ਅੱਜ ਤੱਕ ਜਿੰਨੀਆਂ ਮੀਟਿੰਗਾਂ, ਇਸ ਤੋਂ ਪਹਿਲਾਂ 7 ਮੀਟਿੰਗਾਂ ਹੋਈਆਂ ਤੋਮਰ ਜੀ ਨਾਲ, ਅੱਜ ਤੱਕ ਨਹੀਂ ਉਹਨਾਂ ਕਲੀਅਰ ਕੱਟ ਇਹ ਗੱਲ ਨਹੀਂ ਕਹੀ ਸੀ। ਹਮੇਸ਼ਾ ਇਹ ਗੱਲ ਕਹਿੰਦੇ ਸੀ ਕਿ ਅਸੀਂ ਤੁਹਾਡੇ ਹਿੱਤਾਂ ਦੀ ਰਾਖੀ ਰੱਖਦੇ ਹੋਏ ਕਿਸਾਨਾਂ ਦੇ ਹਿੱਤਾਂ ਲਈ ਸਰਕਾਰ ਪਾਬੰਦ ਹੈ। ਤੇ ਅਸੀਂ ਕਦੀ ਉਹਨਾਂ ਨੂੰ ਜਦੋਂ ਇਹ ਬਾਰ-ਬਾਰ ਪੁੱਛੀਦਾ ਕਿ ਕਲੀਅਰ ਕੱਟ ਦੱਸੋ, ਆ ਤੁਸੀਂ ਕਾਨੂੰਨ ਰੱਦ ਕਰਨੇ ਆ ਜਾਂ ਨਹੀਂ ਕਰਨੇ, ਤੇ ਉਹ ਹਮੇਸ਼ਾ ਕਹਿੰਦੇ ਸੀ ਨਹੀਂ ਅਸੀਂ ਐਵੇਂ ਕਲੀਅਰ ਕੱਟ ਨਹੀਂ ਬੋਲ ਸਕਦੇ। ਪਰ ਅੱਜ ਜਿਹੜਾ ਰਵੱਈਆ ਉਹਨਾਂ ਦਾ ਥੋੜਾ ਜਿਹਾ ਰੁੱਖਾਪਣ ਕਹੂੰਗਾ ਕਿ ਦੇਖਣ ਨੂੰ ਮਿਲਿਆ, ਔਰ ਸਾਫ਼ ਸ਼ਬਦਾਂ ਵਿੱਚ ਉਹਨਾਂ ਕਿਹਾ ਕਿ ਤੁਸੀਂ ਬਾਰ-ਬਾਰ ਉੱਥੇ ਗੱਲ ਲੈ ਕੇ ਆ ਰਹੇ ਨੇ ਕਿ ਤੁਸੀਂ ਜਿਹੜੇ ਕਾਨੂੰਨ ਆ ਉਹਨਾਂ ਦਾ ਸੰਸ਼ੋਧਨ ਕਰਵਾ ਲਵੋ ਜਾਂ MSP ਤੇ ਆਪਾਂ ਗੱਲ ਕਰਦੇ, ਉਹ ਤਾਂ ਚਲੋ ਮਨਾ ਕਰਤਾ ਕਿ ਤੁਸੀਂ ਪਹਿਲਾਂ ਕਾਨੂੰਨਾਂ ਤੇ ਅਸੀਂ ਗੱਲ ਕਰਾਂਗੇ। ਪਰ ਇਹ ਜਿਹੜਾ ਰਵੱਈਆ ਹੈ ਬਹੁਤ ਘਟੀਆ ਮੈਂ ਸਮਝੂੰਗਾ, ਔਰ ਅੰਦੋਲਨ ਵਾਲੇ ਜਿਵੇਂ ਹੁਣ ਕਿਸਾਨ ਜਥੇਬੰਦੀਆਂ ਨੂੰ ਵੀ ਸਾਨੂੰ ਦੁਬਾਰਾ ਇੱਕ ਵਾਰ ਤੋਂ ਫਿਰ ਸੋਚਣਾ ਪਊਗਾ ਕਿ ਅਗਲਾ ਐਕਸ਼ਨ ਕੀ ਤਿਆਰ ਕੀਤਾ ਜਾਵੇ ਜੀ। ਇਹਦੇ ਨਾਲ ਹੀ ਸਾਡੇ ਨਾਲ ਗੁਰਮੀਤ ਮਹਿਮਾ ਜੀ ਨੇ, ਡਾਕਟਰ ਦਰਸ਼ਨਪਾਲ ਜੀ ਦੀ ਯੂਨੀਅਨ ਤੋਂ ਕਾਫੀ ਸੀਨੀਅਰ ਅਹੁਦੇ ਦੇ ਨੇ। ਗੁਰਮੀਤ ਮਹਿਮਾ ਜੀ, ਤੁਸੀਂ ਇਹਦੇ ਬਾਰੇ ਕੀ ਆਪਣੇ ਵਿਚਾਰ, ਜਿਹੜੇ ਆਪਣੇ ਕਿਸਾਨ ਸਾਡੇ ਨਾਲ ਜੁੜੇ ਨੇ, ਉਹਨਾਂ ਨੂੰ ਕਹਿਣਾ ਚਾਹੋਗੇ? ਵੇਖੋ ਜੀ, ਜਿਹੜੇ ਬਿੱਲ ਰੱਦ ਕਰਾਉਣ ਲਈ ਆਪਣਾ ਅੰਦੋਲਨ ਚੱਲ ਰਿਹਾ, ਪਿਛਲੇ 7 ਮਹੀਨੇ ਤੋਂ ਚੱਲ ਰਿਹਾ, ਔਰ ਇਹ ਬਿੱਲ ਲਿਆਂਦੇ ਕਿਉਂ ਗਏ ਨੇ ਇਹਨੂੰ ਸਾਨੂੰ ਬੈਕਗਰਾਊਂਡ ਤੇ ਜਾਣਾ ਪਊਗਾ। ਜਿਹੜੀ ਅੱਜ ਨਰਿੰਦਰ ਤੋਮਰ ਵੱਲੋਂ ਆ ਰਹੀ ਵੀ ਬਿੱਲ ਰੱਦ ਨਹੀਂ ਹੋਣਗੇ, ਇਹਦੇ 'ਚ ਸੋਧ ਤੁਸੀਂ ਕਰਾ ਸਕਦੇ ਜੇ, ਪਰ ਬਿੱਲ ਰੱਦ ਨਹੀਂ ਹੋਣਗੇ। ਪਰ ਅੱਜ ਉਹਨਾਂ ਨੇ ਸਾਫ਼ ਸ਼ਬਦਾਂ ਦੇ ਵਿੱਚ ਇਹ ਚੀਜ਼ ਕਹੀ ਹੈ ਕਿ ਅਸੀਂ ਬਿੱਲ ਰੱਦ ਨਹੀਂ ਕਰਾਂਗੇ। ਇਹਦੇ ਬਾਰੇ ਕੀ ਕਹੋਗੇ? ਹਾਂ, ਇਹਦੇ ਬਾਰੇ ਆਪਾਂ ਨੂੰ ਥੋੜਾ ਬੈਕਗਰਾਊਂਡ 'ਚ ਜਾਣਾ ਪਊਗਾ ਜੀ। ਵੇਖੋ, ਸੰਨ 47 ਦੇ ਵਿੱਚ ਇੱਕ ਜਿਹੜਾ ਭਗਤ ਸਿੰਘ ਨੇ ਕਿਹਾ ਸੀ ਕਿ ਸਮਝੌਤਾ ਹੋਏਗਾ, ਉਸ ਤੋਂ 15-20 ਸਾਲ ਪਹਿਲਾਂ ਹੀ, ਕਿ ਗੋਰੇ ਅੰਗਰੇਜ਼ ਪਿੱਛੇ ਹੋ ਜਾਣਗੇ ਤੇ ਕਾਲੇ ਗੱਦੀਆਂ 'ਚ ਬੈਠ ਜਾਣਗੇ, ਭਾਰਤੀ ਸਰਮਾਏਦਾਰਾਂ ਲਈ ਕੁਛ ਰੈਤਾਂ ਲੈ ਕੇ ਇਹ ਸਮਝੌਤੇ 'ਚ ਵਟ ਜਾਏਗਾ। ਤਾਂ ਉਸ ਤੋਂ ਬਾਅਦ ਜਿਹੜਾ ਬਰਤਾਨੀਆ ਸਾਮਰਾਜ, ਫਿਰ ਅਮਰੀਕਨ ਸਾਮਰਾਜ ਹੋਣ 'ਚ ਆਇਆ, ਤੇ ਇਸ ਟਾਈਮ ਜਿਹੜੇ ਸਾਮਰਾਜੀ ਧੜਿਆਂ ਦਾ ਰਾਜ ਹੈ ਭਾਰਤ ਦੇ ਉੱਪਰ, ਔਰ ਜਿਹੜੀ ਇਹ BJP ਜਿਹੜੀ ਪਾਰਟੀ ਹੈ, ਉਹ ਉਹਨਾਂ ਦੀ ਫਰੰਟ ਪਾਰਟੀ ਹੈ, ਔਰ ਸਰਕਾਰ ਜਿਹੜੀ ਉਹ BJP ਦੀ ਹੈ। ਇਹਨਾਂ ਦੀ ਸਰਕਾਰ ਹੈ, ਰਾਜ ਉਹਨਾਂ ਦਾ, ਤੇ ਫੈਸਲੇ ਉਹੀ ਚੱਲਣੇ ਨੇ ਜਿਹੜੇ ਉੱਥੇ ਹੋਣੇ ਨੇ, ਜਿਹੜੇ ਰਾਜ ਭਾਗ ਨੇ ਕਰਨੇ ਨੇ। ਤੇ ਫੈਸਲੇ ਜਿਹੜੇ ਇਹ ਬਿੱਲ ਅਮਰੀਕਨ ਵਾਈਟ ਹਾਊਸ ਦੇ ਵਿੱਚੋਂ ਪਾਸ ਹੋ ਕੇ ਆਏ ਨੇ, ਤਾਂ ਉਹ ਇੱਥੇ ਸਿੱਧੇ ਲਿਆ ਕੇ ਨਾ ਉਹਦੀ ਕੋਈ ਪ੍ਰਕਿਰਿਆ ਨਹੀਂ, ਬਸ ਲਿਆ ਕੇ ਲਾਗੂ ਹੀ ਕਰਤੇ ਨੇ। ਤਾਂ ਉਸ ਲਈ ਜਦੋਂ ਆਪਣੀ ਲੜਾਈ ਹੁਣ ਇਹ ਆ ਵੀ ਉਹਦਾ ਕਾਰਨ ਇਹ ਆ ਵੀ ਜਿਹੜਾ ਮੰਦਵਾੜਾ ਛਾਇਆ ਹੋਇਆ ਹੈ ਲਾਕਡਾਊਨ ਤੋਂ ਪਹਿਲਾਂ, ਜਾਣੀ ਪਿਛਲੇ ਦਸੰਬਰ 'ਚ ਵੀ ਜਿਹੜੇ ਸਾਮਰਾਜੀਆਂ ਦੇ ਸਾਰੇ ਹੀ ਸੰਕਟ ਦੇ ਵਿੱਚ ਨੇ, ਕਾਰੋਬਾਰ ਠੱਪ ਹੋ ਰਹੇ ਨੇ। ਤਾਂ ਜਿਹੜਾ ਉਹ ਉਸ ਦਿਨਾਂ ਵਿੱਚ ਵੀ ਹੁਣ ਵੀ ਚੱਲ ਰਿਹਾ, ਜਿਹੜਾ ਬਾਕੀ GDP ਸਾਰੀ ਡਿੱਗ ਪਈ, ਤਾਂ 3.4% ਜਿਹੜਾ ਖੇਤੀਬਾੜੀ ਸੈਕਟਰ ਹੀ ਗਰੋਥ ਕਰ ਰਿਹਾ ਹੈ, ਔਰ ਨਾਲ ਜਿਹੜਾ ਫੂਡ ਦਾ ਕਾਰੋਬਾਰ ਹੈ।
ਸੋ ਇਸ ਦੋਵਾਂ ਨੂੰ ਡਿਵੈਲਪ ਕਰਨ ਵਾਸਤੇ ਇੱਕ ਕਾਰੋਬਾਰ ਦੇ ਤੌਰ ਤੇ ਇਹਦੇ ਚੋਂ ਸਰਮਾਇਆ ਕਮਾਉਣ ਲਈ ਸਰਮਾਏਦਾਰੀ ਸਿਸਟਮ ਨੂੰ ਉਹ ਵੇਖਦੇ ਨੇ ਵੀ ਅੱਗੇ ਸਾਡਾ ਵੱਧ ਸਕਦਾ, ਤੋ ਇਸ ਲਈ ਲਿਆਂਦੇ ਗਏ ਨੇ ਤੇ ਇਸ ਨੂੰ ਵਾਪਸ ਨਹੀਂ ਕਰਨਗੇ। ਤੋ ਇਹਦੇ ਲਈ ਲੜਾਈ ਜਿਹੜੀ ਉਹ ਸਾਨੂੰ ਹੋਰ ਵਿਆਪਕ ਕਰਨੀ ਪੈਣੀ ਹੈ। ਜਨਤਾ ਨੂੰ ਇਹ ਦੱਸਣਾ ਪੈਣਾ ਕਿ ਮੋਦੀ ਸਿਰਫ ਸਰਕਾਰ ਹੈ, ਵੋਟਾਂ ਨਾਲ ਜਿਹੜਾ ਉਹ ਰਾਜ ਨਹੀਂ ਬਦਲਦੇ। ਰਾਜ ਬਦਲਣ ਲਈ ਸਾਨੂੰ ਇਕਜੁੱਟ ਹੋ ਕੇ ਜਿਹੜਾ ਭਾਰਤ ਦੇ ਲੋਕ ਇਕੱਠੇ ਹੋਣਗੇ ਤਾਂ ਫਿਰ ਹੀ ਭਾਰਤ ਦੇ ਲੋਕਾਂ ਦੇ ਪੱਖ 'ਚ ਫੈਸਲੇ ਹੋਣਗੇ ਔਰ ਇੱਥੋਂ ਸਾਮਰਾਜੀਆਂ ਧੜਿਆਂ ਨੂੰ ਬਾਹਰ ਦਬਲਣਾ ਪੈਣਾ ਹੈ। ਜਿਵੇਂ ਸੰਨ 47 ਤੋਂ ਪਹਿਲਾਂ ਲੜਾਈ ਚੱਲੀ ਕਿ ਭਗਤ ਸਿੰਘ ਨੇ ਵੀ ਕਿਹਾ ਸੀ ਲੋਕਾਂ ਲਈ ਜੇ ਕੁਝ ਬਦਲਣਾ ਹੈ ਤਾਂ ਉਹਦੇ ਲਈ ਸਾਨੂੰ ਇਨਕਲਾਬ ਕਰਨਾ ਪੈਣਾ ਹੈ। ਸੋ ਇਸ ਲਈ ਇੱਥੇ ਵੀ ਹਾਲਤ ਉਹੀ ਬਣਦੀ ਜਾ ਰਹੀ। ਹੁਣ ਜਿਹੜੇ ਲਾਸਟ ਜਿਵੇਂ ਪਹਿਲਾਂ ਸੰਨ 47 ਤੋਂ ਪਹਿਲਾਂ ਜੋ ਲੜਾਈਆਂ ਚੱਲੀਆਂ ਤਾਂ 29-30 ਅਦਾਰੇ ਜਿਹੜੇ 40 ਅਦਾਰੇ ਸਰਕਾਰੀ ਹੋਂਦ 'ਚ ਆਏ, ਉਹਦਾ ਵੀ ਕਾਰਨ ਵੀ ਚਾਈਨਾ 'ਚ ਇਨਕਲਾਬ ਆਇਆ, ਰੂਸ 'ਚ ਇਨਕਲਾਬ ਆਇਆ, ਤਾਂ ਉਹਦੇ ਤੋਂ ਲੈ ਕੇ ਹਿੰਦੁਸਤਾਨ 'ਚ ਵੀ ਕਹਿੰਦਾ ਵੀ ਭਗਤ ਸਿੰਘ ਜੋ ਚਾਹੁੰਦਾ ਸੀ ਉਹ ਅਸੀਂ ਸਰਕਾਰੀ ਅਦਾਰੇ ਤੁਹਾਨੂੰ ਬਣਾ ਕੇ ਦੇ ਰਹੇ ਹਾਂ ਤੇ ਤੁਸੀਂ ਬਸ ਆਜ਼ਾਦੀ ਤੁਹਾਡੇ ਲਈ ਆ ਗਈ। ਤਾਂ ਹੁਣ ਉਹ ਸਾਰੇ ਦੇ ਸਾਰੇ ਉਹੀ ਅਦਾਰੇ ਜਿਹੜੇ ਸਾਮਰਾਜੀ ਕੰਪਨੀਆਂ ਨੂੰ ਘਰਾਣਿਆਂ ਨੂੰ ਦੇ ਦਿੱਤੇ ਗਏ, ਪ੍ਰਾਈਵੇਟੇਸ਼ਨ ਕਰ ਦਿੱਤੀ ਗਈ। ਤਾਂ ਇਹ ਜਿਹੜੀ ਇੱਕ ਖਰੀਦ ਬਚੀ ਸੀ ਜਾਂ ਖੇਤੀ ਸੈਕਟਰ ਬਚਿਆ ਸੀ ਉਹਦਾ ਵੀ ਹੁਣ ਮੁਕੰਮਲ ਜਿਹੜਾ ਨਿੱਜੀਕਰਨ ਕੀਤਾ ਜਾਣਾ, ਇੱਕ ਕਾਰਪੋਰੇਟ ਘਰਾਣੇ ਕੋਲੇ ਜਾਣਾ। ਤਾਂ ਉਹ ਲੜਾਈ ਇੱਥੇ ਆ ਵੀ ਜੇ ਬਿੱਲ ਲਾਗੂ ਹੁੰਦੇ ਨੇ ਤਾਂ ਕਿਸਾਨ ਖਤਮ ਨੇ, ਜੇ ਨਹੀਂ ਹੁੰਦੇ ਤੇ ਉਹਨਾਂ ਦਾ ਜਿਹੜਾ ਖੇਤੀਬਾੜੀ ਸੈਕਟਰ ਉਹਨਾਂ ਕੋਲ नहीं जा सकूगा। मैं मैमा जी ਤੁਹਾਡੇ ਕੋਲ दोबारा आ रहे हैं। बात करनी चाहेंगे धर्मेंद्र जी जो राकेश टिकैत जी के साथ होते हैं। और धर्मेंद्र जी अभी अभी अंदर से ये खबर आ रही है कि नरेंद्र तोमर जी ने ये बात बोल दी है कि हम कानून रद्द नहीं करेंगे। और चर्चा पे बात करो, इसके ऊपर आपका क्या प्रतिक्रम है और क्या बोलना चाहते हैं जो हमारे साथ देखिए, मैं अभी अंदर से बैठक से ही आया हूँ। कृषि मंत्री जी ने ये सीधे शब्दों में तो नहीं कहा है, लेकिन जो उनकी बात का सार है वो यही है कि देश में और भी राज्य हैं, और तरह के भी किसान हैं, पंजाब हरियाणा से अलग भी किसान हैं, हमको सबसे चर्चा करनी होगी और बिल को ऐसे रद्द नहीं किया जा सकता। लेकिन हमारे नेताओं ने उनको साफ बोल दिया है कि हम 8 मीटिंग कर चुके हैं, आपको बता चुके हैं, अब इतनी कमी है कि हम आपको जो है, आप चाहते हो कि यहाँ पे 70 की जगह 700 शहादत हो, हम मरने के लिए तैयार हैं, लेकिन हम जो है बिना वापसी के घर वापस जाने की स्थिति में नहीं है। सरकार है, सरकार को एरोगेंट नहीं रहना चाहिए। हमारे राज्यपाल जी ने बोला है कि जिस तरह से पंजाब के कुछ बीजेपी के नेता आंदोलन को बदनाम करने के लिए डायरेक्ट हमारे लोगों को टारगेट कर रहे हैं, गालियां दे रहे हैं, आप इसको रोकिए। हम धैर्यवान लोग हैं, लेकिन बहुत लंबे समय तक हमारा धैर्य नहीं आप बना के रख सकते हो। अगर हमारे बच्चों का धैर्य टूट गया तो फिर क्या होगा, ये हमारे भी हाथ में नहीं है। सरकार गोल गोल घुमा रही है बात को, और हमारे बहुत सारे लोगों का मत है कि आज ये 9वीं बैठक है, ऐसे घुमाने से काम नहीं चलता, तो बीच में एक बार मीटिंग छोड़ने की भी बात होगी थी। देखिए अभी लंच होने वाला है, पर आज का जो पूरा का पूरा जिस तरह की कृषि मंत्री जी की बयानबाजी है या उनकी बॉडी लैंग्वेज है या जिस कॉन्फिडेंस के साथ वो बोल रहे हैं, उससे नहीं लगता कि सरकार अभी इतनी आसानी से मानने वाली है। मेरा किसान साथियों से ये निवेदन है कि कमर कसनी पड़ेगी और लंबे समय तक इस आंदोलन में लगना पड़ेगा, चाहे अब इसमें 6 महीने लगे, साल लगे, लेकिन आज जिस तरह से पूरा किसान ने अपनी ताकत को झोंक दिया है, जितने अपने संसाधनों को झोंक दिया है, जिस तरह से हमारे बच्चे अपनी पढ़ाई की, अपनी नौकरी की, किसी दूसरी चीज़ की परवाह नहीं कर रहे, हमारे जो कृषि कार्य के वाहन थे सब आज दिल्ली में जमा है, इससे बड़ा देश का दुर्भाग्य नहीं हो सकता। लेकिन हमको सर्वस्त्र भी इस पर लुटाना पड़े तो हम उसके लिए तैयार हैं, लेकिन अब दिल्ली से ऐसे खाली हाथ जाने वाले नहीं। धन्यवाद। ਸਾਡੇ ਨਾਲ उत्तराखंड तो वीर ने गुरसेवक सिंह जी। गुरसेवक जी, जो गल हुणे हुणे सामने आई है कि कृषि मंत्री नरेंद्र तोमर जी ने यह गल कही है कि कानून रद्द नहीं होणगे, क्योंकि 4 तरीक ਨੂੰ ਇਹ ਗੱਲ ਉਹਨਾਂ ਨੂੰ ਪੁੱਛੀ ਗਈ ਸੀ, ਕਾਨੂੰਨ ਜਾਂ ਰੱਦ ਕਰ ਦਿਓ, ਜੇ ਨਹੀਂ ਕਰਨੇ ਸਾਨੂੰ ਸਾਫ਼ ਜਵਾਬ ਦੇ ਦਿਓ। ਇਸ ਉਹਨਾਂ ਦੇ ਜਵਾਬ ਦੇ ਵਤੀਰੇ ਤੋਂ ਤੁਸੀਂ ਕੀ ਆਪਣਾ ਪ੍ਰਤੀਕਰਮ ਜਿਹੜਾ ਦੇਣਾ ਚਾਹੁੰਦੇ ਹੋ? ਅਸੀਂ ਇਹੋ ਗੱਲ ਕਹਿਣਾ ਚਾਹੁੰਦੇ ਹਾਂ, ਹੁਣੇ ਮੀਟਿੰਗ 'ਚੋਂ ਆਏ ਅੰਦਰੋਂ, ਕਿ ਅਗਰ ਇਹ ਬਿੱਲ ਵਾਪਸ ਨਹੀਂ ਹੁੰਦੇ, ਜਿੱਦਾਂ ਹੁਣੇ ਮੰਤਰੀ ਜੋ ਕੇਂਦਰੀ ਮੰਤਰੀ ਨਰਿੰਦਰ ਤੋਮਰ ਜੀ, ਉਹਨਾਂ ਦੀਆਂ ਗੱਲਾਂ ਤੋਂ ਇਹ ਲੱਗ ਰਿਹਾ ਕਿ ਉਹ ਬਿੱਲ ਵਾਪਸੀ ਨਹੀਂ ਕਰਨਾ ਚਾਹ ਰਹੇ, ਲੇਕਿਨ ਕਿਸਾਨ ਵੀ ਇੱਥੇ ਡਟੇ ਰਹਿਣਗੇ। ਅਸੀਂ ਉੱਤਰਾਖੰਡ ਤੋਂ ਆਏ ਨੇ, ਠੀਕ ਹੈ, ਔਰ ਗਾਜੀਪੁਰ ਬਾਰਡਰ ਦੇ ਉੱਪਰ ਉੱਤਰਾਖੰਡ ਯੂਪੀ ਦੇ ਹਜ਼ਾਰਾਂ ਕਿਸਾਨ ਬੈਠੇ ਨੇ। ਹੁਣ ਅਸੀਂ ਆਪਣੇ ਕਿਸਾਨਾਂ ਦੀ ਗਿਣਤੀ ਹੋਰ ਵਧਾਵਾਂਗੇ। ਜਦ ਤੱਕ ਇਹ ਤਿੰਨੋਂ ਕਾਨੂੰਨ ਵਾਪਸ ਨਹੀਂ ਹੁੰਦੇ, MSP ਦੀ ਗਰੰਟੀ ਦਾ ਕਾਨੂੰਨ ਨਹੀਂ ਬਣਦਾ, ਕਿਸਾਨ ਇੱਥੇ ਡਟੇ ਰਹਿਣਗੇ, ਇੱਥੋਂ ਬਿਲਕੁਲ ਵੀ ਨਹੀਂ ਹਟਣਗੇ। ਔਰ ਅੱਗੇ ਵੀ ਜੋ ਇਸ ਮੀਟਿੰਗ ਤੋਂ ਬਾਅਦ ਜੋ ਡਿਸੀਜਨ ਆਉਂਦਾ ਆ, ਉੱਤੇ ਅਸੀਂ ਸਾਰੇ ਉਹਨੂੰ ਫੋਲੋ ਕਰਾਂਗੇ। ਧੰਨਵਾਦ।
ਸਾਡੇ ਨਾਲ ਭਾਈ ਸਾਹਿਬ ਨੇ ਦੁਆਬਾ ਕਿਸਾਨ ਕਮੇਟੀ ਜੰਗਵੀਰ ਹੋਣਾ ਦੇ ਨਾਲ ਨੇ। ਤੁਹਾਡਾ ਜੋ ਇਸ ਗੱਲ ਦੇ ਉੱਪਰ ਗੱਲਬਾਤ ਚੱਲ ਰਹੀ ਹੈ ਕਿ ਕ੍ਰਿਸ਼ੀ ਮੰਤਰੀ ਕਹਿ ਰਿਹਾ ਕਿ ਕਾਨੂੰਨ ਵਾਪਸ ਨਹੀਂ ਲੈਣੇ, 8 ਤਰੀਕ ਨੂੰ ਅਸੀਂ ਇਹ ਗੱਲ ਉਹਨਾਂ ਤੋਂ ਪੁੱਛੀ ਸੀ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਕੀ ਸੰਦੇਸ਼ ਆਪਣੇ ਕਿਸਾਨਾਂ ਨੂੰ ਅੱਗੇ ਦੀ ਰਣਨੀਤੀ ਵਾਸਤੇ, ਕੀ ਤੁਹਾਡੇ ਵਿਚਾਰ ਨੇ? ਦੇਖੋ, ਸਰਕਾਰ ਦਾ ਤੇ ਪਹਿਲਾਂ ਹੀ ਪਤਾ ਸੀ, ਅੱਜ ਦੀ ਮੀਟਿੰਗ ਤੇ ਆਉਣ ਤੋਂ ਪਹਿਲਾਂ ਹੀ ਪਤਾ ਸੀ ਕਿ ਉਹ ਜੋ ਕੁਝ ਕਰਨਾ ਚਾਹ ਰਹੇ ਨੇ, ਅੜੀਅਲ ਵਤੀਰਾ ਅਪਣਾ ਰਹੀ ਹੈ ਸਰਕਾਰ। ਪਰ ਕਿਸਾਨ ਵੀ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਹੈ। ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਏਗਾ। ਮੈਸੇਜ ਭੇਜ ਕੇ ਪਿੱਛੇ ਪੰਜਾਬ ਤੋਂ, ਹਰਿਆਣਾ ਤੋਂ, ਵੱਖ-ਵੱਖ ਸਟੇਟਾਂ ਤੋਂ ਜ਼ਿਮੀਂਦਾਰ ਆਪਣੇ ਆਪ ਆ ਰਹੇ ਨੇ। ਕਿਸਾਨ ਮਜ਼ਦੂਰ ਵੀਰ ਜੋ ਨੇ ਸੰਘਰਸ਼ ਨੂੰ ਤਿੱਖਾ ਕਰਨ ਦੀ ਜੋ ਵੀ ਰਣਨੀਤੀ ਅਗਲੀ ਬੈਠ ਕੇ ਜਥੇਬੰਦੀਆਂ ਦੀ ਹੋਏਗੀ, ਉਹਦੇ 'ਚ ਆਪਾਂ ਪੂਰਨ ਸਹਿਯੋਗ ਕਰਕੇ ਇਸ ਨੂੰ ਹੋਰ ਉੱਪਰ ਲਿਜਾਇਆ ਜਾਏਗਾ। ਧੰਨਵਾਦ। ਸਾਡੇ ਨਾਲ ਨੇ ਦਤਾਰ ਸਿੰਘ ਜੀ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੋਂ। ਦਤਾਰ ਸਿੰਘ ਜੀ, ਜੋ ਅੰਦਰੋਂ ਸੁਨਾ ਆ ਰਿਹਾ, ਜੋ ਖੇਤੀ ਮੰਤਰੀ ਦਾ ਵਤੀਰਾ ਹੈ ਕਾਨੂੰਨ ਰੱਦ ਨਾ ਕਰਨ ਦਾ, ਉਹਦੇ ਉੱਪਰ ਸ਼ਾਰਟ ਦੇ ਵਿੱਚ ਆਪਣਾ ਪ੍ਰਤੀਕਰਮ ਦਿਓ। ਉਹ ਤਾਂ ਉਹਨਾਂ ਸਵੇਰ ਦੀਆਂ ਅਖਬਾਰਾਂ 'ਚ ਅਸੀਂ ਪੜ੍ਹਦੇ ਹਾਂ, ਉਹਦਾ ਬਿਆਨ ਦੇਤਾ ਕਿ ਤੁਸੀਂ ਰੱਦ ਕਰਾਉਣ ਤੋਂ ਇਲਾਵਾ ਹੋਰ ਕੋਈ ਗੱਲ ਜਿਹੜੀ ਕਰਨੀ ਕਰ ਲਓ। ਉਹਦੇ ਨਾਲ ਪਹਿਲੀ ਵਾਰੀ ਰਾਜ ਮੰਤਰੀ ਦਾ ਅੱਜ ਬਿਆਨ ਆਇਆ ਕਿ ਅਸੀਂ ਕਿਸੇ ਦਬਾਅ ਨਾਲ ਥੱਲੇ ਝੁਕਾਂਗੇ ਨਹੀਂ। ਤਾਂ ਸਾਫ਼ ਹੈ ਸਰਕਾਰ ਦਾ ਵਤੀਰਾ ਕਿ ਉਹ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਨਹੀਂ, ਤੇ ਉਹ ਇਹਨੂੰ ਦਬਾਅ ਮੰਨਦੇ ਆ ਤੇ ਮੀਟਿੰਗਾਂ ਕਰੀ ਜਾਂਦੇ। 8ਵੇਂ ਦੌਰ ਦੀ ਮੀਟਿੰਗ ਅੱਜ, ਤੇ ਜੇ ਕੋਈ ਗੱਲ ਦਾ ਸਿੱਟਾ ਨਹੀਂ ਕੱਢਣਾ ਤਾਂ ਫਿਰ ਬਾਰ-ਬਾਰ ਮੀਟਿੰਗਾਂ ਕਰਨ ਦਾ ਕੋਈ ਤੁਕ ਨਹੀਂ। ਸਰਕਾਰ ਪਹਿਲਾਂ ਆਪਣੇ ਸੋਚ ਲੈ, ਜੇ ਉਹਨੇ ਰੱਦ ਕਰਨੇ ਆ ਤਾਂ ਉਹ ਸੱਦ ਲਏ 10 ਮਿੰਟਾਂ ਦੇ ਵਿੱਚ, ਕਿਉਂਕਿ ਕਾਨੂੰਨ ਬਣਾਏ ਹੀ ਗਲਤ ਹੈ। ਸੰਵਿਧਾਨ ਦੀ ਉਲੰਘਣਾ ਕੀਤੀ ਗਈ ਹੈ, ਸੰਵਿਧਾਨ ਨੂੰ ਪੈਰਾਂ ਥੱਲੇ ਰੋਲਿਆ ਗਿਆ। ਤਾਂ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ, ਇਹਨੇ ਸਭ ਅਦਾਰਿਆਂ ਦਾ ਬੁਰਾ ਹਾਲ ਕੀਤਾ। ਸੁਪਰੀਮ ਕੋਰਟ ਦਾ ਇਹਨੇ ਉਲਟਾ ਪੁਲਟਾ ਕਰ ਦਿੱਤਾ ਸਾਰਾ। ਸੁਪਰੀਮ ਕੋਰਟ ਦੀ ਸਾਰੀ ਜਿਹੜੀ ਆ ਹੁਲੀਆ ਵਿਗਾੜਤਾ, ਸੰਵਿਧਾਨ ਦਾ ਹੁਲੀਆ ਵਿਗਾੜਤਾ, ਰਾਜਾਂ ਦੇ ਅਧਿਕਾਰਾਂ 'ਤੇ ਡਾਕਾ ਮਾਰ ਕੇ ਤੇ ਗੈਰ ਕਾਨੂੰਨੀ ਢੰਗ ਨਾਲ ਇਹ ਕਾਨੂੰਨ ਪਾਸ ਕੀਤੇ ਆ। ਹੁਣ ਕਹਿੰਦੇ ਅਸੀਂ ਰਾਜਾਂ ਦੇ ਛੱਡ ਦਿੰਦੇ ਆ। ਜਦ ਰਾਜਾਂ ਦੇ ਤੁਸੀਂ ਛੱਡਣੇ, ਤੁਸੀਂ ਇਹਨੂੰ ਰੱਦ ਕਰੋ। ਜਿਹੜਾ ਰਾਜ ਦਾ ਅਧਿਕਾਰ ਹੈ ਉਹਨੇ ਬਣਾਉਣੇ ਬਣਾ ਲੈ, ਆਪੇ ਰਾਜ ਲੋਕਾਂ ਨੂੰ ਫੇਸ ਕਰੂਗਾ। ਤਾਂ ਇਹ ਜਾਣ ਕੇ ਗੰਦਲਾਪਨ ਕਰ ਰਿਹਾ ਹੈ। ਬਹੁਤ ਬਹੁਤ ਧੰਨਵਾਦ ਦਤਾਰ ਜੀ। ਸਾਡੇ ਨਾਲ ਰਣਜੀਤ ਸਿੰਘ ਭਾਜੀ ਨੇ। ਰਣਜੀਤ ਜੀ, ਆਜ਼ਾਦ ਕਿਸਾਨ ਕਮੇਟੀ ਤੋਂ ਤੁਸੀਂ ਸਾਰਾ ਚੀਜ਼ਾਂ ਨੂੰ ਸੁਣਿਆ, ਦੇਖ ਰਹੇ ਹੋ, ਅੰਦਰ ਵੀ ਜਾ ਕੇ ਆਏ ਹੋ। ਇਹ ਕੀ ਹੋ ਰਿਹਾ ਤੇ ਕੀ ਤੁਸੀਂ ਇਹਦੇ ਉੱਪਰ ਆਪਣਾ ਪ੍ਰਤੀਕਰਮ ਦੇਣਾ ਚਾਹੁੰਦੇ ਹੋ? ਸਰਦਾਰ ਬਲਜੀਤ ਸਿੰਘ ਜੀ, ਜਿਵੇਂ ਤੁਸੀਂ ਜਾਣਦੇ ਹੋ ਕਿ ਸਾਨੂੰ ਆਸਮੰਦ ਰਹਿਣਾ ਚਾਹੀਦਾ ਹੈਗਾ, ਤੇ ਆਪਾਂ ਇੱਕ ਆਸ ਲੈ ਕੇ ਆਏ ਸੀ ਕੇਂਦਰ ਸਰਕਾਰ ਦੇ ਕੋਲ, ਤੇ ਜੋ ਸਰਕਾਰ ਦਾ ਰਵੱਈਆ ਆ ਉਹ ਅਸੀਂ ਪਹਿਲੋਂ ਹੀ ਜਾਣਦੇ ਹਾਂ। ਪਹਿਲੋਂ ਬਾਹਰ ਵੀ ਆਖਿਆ ਹੈਗਾ ਕਿ ਸਰਕਾਰ ਦਾ ਇਹੋ ਜਿਹਾ ਕੋਈ ਰਵੱਈਆ ਨਹੀਂ ਕਿ ਉਹ ਕਾਨੂੰਨ ਰੱਦ ਕਰੇ। ਇਹ ਸਿਰਫ ਲੋਕਾਂ ਵਿੱਚ ਪ੍ਰਚਾਰ ਕਰ ਰਹੀ ਸੀ ਕਿ ਡੈਡਲੌਕ ਆ, ਕਿਸਾਨ ਗੱਲ ਕਰ ਨਹੀਂ ਆ ਰਹੇ। ਇੱਕ ਕਿਸਾਨਾਂ ਨੂੰ ਬਦਨਾਮ ਕਰਨ ਦੀ ਨੀਅਤ ਸੀ ਇਹਨਾਂ ਦੀ ਬਿਲਕੁਲ ਮੀਡੀਆ ਦੇ ਵਿੱਚ। ਕਿਸਾਨ ਹੁਣ ਮੀਟਿੰਗਾਂ ਵੀ ਕਰ ਰਹੇ ਨੇ, ਪੂਰਾ ਭਾਰਤ ਦੇਖ ਰਿਹਾ, ਦੁਨੀਆ ਦੇਖ ਰਹੀ ਹੈ। ਇਹਨਾਂ ਮੀਟਿੰਗਾਂ ਦੇ 3 ਮੀਟਿੰਗਾਂ ਦੇ ਬਾਅਦ ਵੀ ਜੋ ਸਿੱਟੇ ਆ ਰਹੇ ਨੇ, ਜੋ ਰਿਜ਼ਲਟ ਆ ਰਹੇ ਨੇ ਬਾਹਰ, ਇਹ ਬਿਲਕੁਲ ਸਾਬਤ ਕਰਦੇ ਨੇ ਜਿਹੜੀ ਇਹ ਸਰਕਾਰ ਹੈ ਇਹ ਕਾਰਪੋਰੇਟ ਘਰਾਣਿਆਂ ਦੀ ਆ, ਨਾ ਕਿ ਕਿਸਾਨਾਂ ਦੀ, ਨਾ ਕਿਰਤੀਆਂ ਦੀ, ਨਾ ਮਜ਼ਦੂਰਾਂ ਦੀ। ਸਿੱਧੇ ਰੂਪ 'ਚ ਉਹ ਭਾਈਵਾਲ ਜਿਹੜੇ ਕਾਰਪੋਰੇਟ ਘਰਾਣੇ ਨੇ, ਇਸ ਦੇਸ਼ ਦਾ ਇੱਕ ਹਿੱਸਾ ਜਿਹੜਾ ਕਿਰਤ ਨਾਲ ਜੁੜਿਆ ਹੋਇਆ, ਜਿਹੜਾ ਐਗਰੀਕਲਚਰ ਨਾਲ ਜੁੜਿਆ ਹੋਇਆ, ਜਿਸ ਦੀ ਗਰੋਥ ਰੇਟ ਇਸ ਕਰੋਨਾ ਕਾਲ ਵਿੱਚ ਵੀ ਸਭ ਤੋਂ ਉੱਪਰ ਰਹੀ ਹੈ, ਉਸ ਇਕੋਨੋਮੀ ਨੂੰ, ਉਸ ਹਿੱਸੇ ਨੂੰ ਇੱਕ ਕਿਸਮ ਨਾਲ ਉਹਨਾਂ ਕਾਰਪੋਰੇਟ ਘਰਾਣਿਆਂ ਨੂੰ, ਅਮਾਨੀ, ਅਡਾਨੀ ਜਾਂ ਹੋਰ ਅਦਰ ਜਿਹੜੇ ਇਹਨਾਂ ਦੇ ਨੇੜਲੇ ਨੇ, ਇਹ ਸਾਰਾ ਕੁਝ ਉਹਨਾਂ ਨੂੰ ਦੇਣ ਜਾ ਰਹੇ ਨੇ। ਕਿਉਂਕਿ ਇਹਨਾਂ ਨੂੰ ਪਤਾ ਕਿ ਇਹੋ ਜਿਹੇ ਸਮੱਸਿਆਵਾਂ ਦੁਨੀਆ ਵਿੱਚ ਸਦਾ ਆਉਣਗੀਆਂ, ਇਹੋ ਜਿਹਾ ਕਰੋਨਾ ਵਰਗੀਆਂ ਹੋਰ ਵੀ ਵਾਇਰਸ ਆਉਣਗੇ। ਜਦ ਤੱਕ ਮਨੁੱਖ ਨੇ ਰਹਿਣਾ, ਉਹਨੇ ਰੋਟੀ ਖਾਣੀ ਆ। ਕਿਉਂ ਨਾ ਇਸ ਸੈਕਟਰ ਦੇ ਉੱਪਰ ਕਬਜ਼ਾ ਕੀਤਾ ਜਾਵੇ। ਇਹਨੂੰ ਸਕਸੈਸ ਕਰਨ ਦੇ ਲਈ ਮੋਦੀ ਸਰਕਾਰ ਉਹਨਾਂ ਦੇ ਲਈ ਮੀਡੀਏਟਰ ਦਾ ਕੰਮ ਕਰ ਰਹੀ ਹੈ। ਜਿਹੜੀ ਪੂਰੀ ਕਿਸਾਨੀ ਆ, ਪੂਰੀ ਦੇਸ਼ ਦੀ ਕਿਸਾਨੀ ਤੇ ਕਿਸਾਨਾਂ ਨੂੰ ਉਹਨਾਂ ਦੇ ਕੋਲ ਗਿਰਵੀ ਕਰਨ ਲੱਗੀ ਹੈ, ਕਿਸਾਨਾਂ ਨੂੰ ਮਜ਼ਦੂਰ ਬਣਾਉਣ ਲੱਗੀ ਹੈ। ਇਸ ਲੋਕ ਦੇ ਜਿਹੜੇ ਦੇਸ਼ ਦੇ ਕਿਰਤੀ ਨੇ ਉਹਨਾਂ ਦੀ ਹੋਰ ਮੰਦਹਾਲੀ ਆਊਗੀ, ਉਹਨਾਂ ਦੇ ਝੁੰਗੀਆਂ ਝੌਪੜੀਆਂ ਨਾਲੋਂ ਵੀ ਮਾੜੇ ਹਾਲਾਤ ਕਰ ਦੇਣਗੇ। ਇਹ ਨੀਤੀ ਹੈ ਇਸ ਸਰਕਾਰ ਦੀ, ਕਿਉਂਕਿ ਸਾਰਾ ਕੁਝ ਉਹਨਾਂ ਪਰਿਵਾਰਾਂ ਨੂੰ ਦੇਣ ਜਾ ਰਹੀ ਹੈ, ਜੋ ਬਹੁਤ ਮੰਦਭਾਗਾ ਆ। ਤੇ ਅਸੀਂ ਅੰਦੋਲਨ ਕਰਾਂਗੇ, ਅਸੀਂ ਸੰਘਰਸ਼ ਲੜਾਂਗੇ, ਜਿੱਤਾਂਗੇ ਜ਼ਰੂਰ। ਪੂਰੇ ਜ਼ੋਰ ਨਾਲ ਜੰਗ ਲੜਾਂਗੇ ਵੀਰ ਜੀ। ਜਿਵੇਂ ਤੁਹਾਨੂੰ ਪਤਾ ਹੀ ਆ, ਸੰਯੁਕਤ ਮੋਰਚੇ ਵੱਲੋਂ ਕਾਲ ਆਈ ਹੈ 26 ਲਈ, ਇਹ ਗਣ ਵੀ
ਗਣ ਸਾਡਾ ਆ, ਇਹ ਦੇਸ਼ ਸਾਡਾ ਆ। ਇਸ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਪਹਿਲੋਂ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਸਿਰ ਦਿੱਤੇ ਨੇ, ਤੇ ਇਸ ਕਾਨੂੰਨ ਨੂੰ ਰੱਦ ਕਰਾਉਣ ਲਈ ਵੀ ਪੰਜਾਬੀ ਸਭ ਤੋਂ ਵੱਧ ਵੱਡੇ ਪੱਧਰ ਤੇ ਅੱਗੇ ਹੋ ਕੇ ਸਿਰ ਦੇਣਗੇ। ਕਿਸੇ ਵੀ ਕੁਰਬਾਨੀ ਤੋਂ ਪਿੱਛੇ ਨਹੀਂ ਹਟਾਂਗੇ ਵੀਰ ਜੀ। ਇਹ ਦ੍ਰਿੜਤ ਨਿਸ਼ਚਾ ਲੈ ਕੇ ਆਏ ਆ ਇੱਥੇ, ਇੱਥੋਂ ਉੱਠਾਂਗੇ ਨਹੀਂ ਆਪਾਂ। ਬਹੁਤ ਬਹੁਤ ਧੰਨਵਾਦ। ਹੁਣ ਅੱਗੇ ਵੀ ਕੋਈ ਵੀ ਅਪਡੇਟ ਆਵੇਗਾ, ਜਿਵੇਂ ਹੀ ਸਾਡੇ ਦੂਸਰੇ ਜੂਨੀਅਰ ਲੀਡਰ ਬਾਹਰ ਆਉਂਦੇ ਨੇ, ਉਹਨਾਂ ਦੇ ਜੋ ਅੰਦਰ ਮੀਟਿੰਗ ਦੇ ਵਿੱਚ ਇਸ ਤੋਂ ਅੱਗੇ ਹੋ ਰਿਹਾ ਉਹਨਾਂ ਦੇ ਪ੍ਰਤੀਕਰਮ ਲਵਾਂਗੇ। ਧੰਨਵਾਦ।